ਸਰਕਾਰੀ ਹਸਪੀਟਲ ਆ ਉਹਨਾਂ ਨੂੰ ਫੇਲ ਕਰਕੇ ਉਹਨਾਂ ਦੇ ਸਕੈਨਿੰਗ ਸੈਂਟਰ ਬੰਦ ਕਰਾ ਕੇ ਜੀ ਉਹਨਾਂ ਦੇ ਟੈਸਟਿੰਗ ਸੈਂਟਰ ਬੰਦ ਕਰਾ ਕੇ ਸਿਰਫ ਅੱਧਾ ਕਿਲੋਮੀਟਰ ਦੂਰ ਸਿਵਲ ਹਸਪੀਟਲ ਤੋਂ ਉਹਨਾਂ ਦਾ ਆਪਣਾ ਹਸਪੀਟਲ ਆ ਜਿੱਥੇ ਕਿ ਸਰਕਾਰੀ ਹਸਪੀਟਲ ਦੇ ਡਾਕਟਰ ਜਿਹੜੇ ਆ ਜਾਂ ਹੋਰ ਆ ਉਹ ਉੱਥੇ ਟੈਸਟ ਵਗੈਰਾ ਉੱਥੇ ਉਹਨਾਂ ਦੇ ਆਪਣੇ ਨਿੱਜੀ ਹਸਪੀਟਲ ਦੇ ਵਿੱਚ ਸ਼ਿਵਮ ਦੇ ਵਿੱਚ ਜੀ ਰੈਫਰ ਕੀਤੇ ਜਾਂਦੇ ਆ ਤਾਂ ਕਿ ਉਹ ਐਮਐਲਏ ਸਾਹਿਬ ਦੀ ਇਨਕਮ ਵਧਾਈ ਜਾ ਸਕੇ। ਪਰਿਮਾਰ ਸਾਹਿਬ ਜਿੱਦਾਂ ਤੁਸੀਂ ਆਪਣੇ ਸਭ ਤੋਂ ਪਹਿਲਾਂ ਇਹ ਕਿਹਾ ਕਿ ਮੈਂ ਆਪਣੀ ਤਨਖਾਹ ਨਹੀਂ ਲਵਾਂਗਾ, ਜਿਹੜਾ ਇੱਕ ਬੜਾ ਹੀ ਇੰਟਰਸਟਿੰਗ ਫੈਕਟ ਲੱਗਾ ਸਾਨੂੰ ਕਿ ਆਪਣੀ ਤਨਖਾਹ ਨਹੀਂ ਲਵਾਂਗਾ, ਇਹ ਕਿਉਂ? ਹੁਣ ਇੱਥੇ ਦੇ ਲੋਕਲ ਵਿਧਾਇਕ ਹੈਗੇ ਉਹ 40 ਕੇ ਬਿਜ਼ਨਸ ਹੈ ਉਹਨਾਂ ਦੇ ਤੇ ਉਹਨੂੰ ਉਹ ਤੋਂ ਤਾਂ ਟਾਈਮ ਹੀ ਨਹੀਂ। ਉਹ 40 ਬਿਜ਼ਨਸ ਆਪਣੇ ਪਹਿਲਾਂ ਉਹਨਾਂ ਲਈ ਟਾਈਮ ਦੇਗਾ ਫਿਰ ਹੀ ਲੋਕਾਂ ਨੂੰ ਟਾਈਮ ਦੇਗਾ ਔਰ ਫਿਰ ਉਹ ਇੰਨੀ ਲੁੱਟ ਖਸੁੱਟ ਤੋਂ ਬਾਅਦ ਫਿਰ ਉਹ ਚਾਹੁੰਦੇ ਕਿ ਮੈਨੂੰ ਦੁਬਾਰਾ ਟਿਕਟ ਲੈ ਆਏ। ਦੱਸੋ ਬਿਹਾਰ ਸਾਹਿਬ ਤੁਸੀਂ ਕਿਹਾ ਨਸ਼ਾਖੋਰੀ ਖਤਮ ਕਰਾਂਗੇ ਪਰ ਸ਼੍ਰੋਮਣੀ ਅਕਾਲੀ ਦਲ ਉੱਪਰ ਤਾਂ ਕਹਿ ਲਓ ਕਿ ਸਾਰੇ ਇਲਜ਼ਾਮ ਲੱਗਦੇ ਰਹਿੰਦੇ ਨੇ ਨਸ਼ਾਖੋਰੀ ਦੇ। ਮੈਂ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਹੈਗਾ ਜੀ ਤੇ ਮੈਂ ਇੱਕ ਸਮਾਜ ਸੇਵਕ ਹੈਗਾ। ਜੇ ਗੱਠਜੋੜ ਤਾਂ ਉਹਨਾਂ ਦੇ ਨਾਲ ਹੈ ਨਾ, ਗੱਠਜੋੜ ਦੋਨਾਂ ਦੇ ਨਾਲ ਹੈਗਾ ਪਰ ਐਮਐਲਏ ਦੇ ਵਿੱਚ ਵੀ ਹਿੰਮਤ ਚਾਹੀਦੀ ਆ। ਜੇ ਮੈਂ ਹੁਸ਼ਿਆਰਪੁਰ ਦੇ ਵਿੱਚ ਮਤਲਬ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਹਿ ਰਹੇ ਹੋ ਕਿ ਤੁਸੀਂ ਉਹਨੂੰ ਰਿਪਰੈਜ਼ੈਂਟ ਨਹੀਂ ਕਰ ਰਹੇ, ਤੁਸੀਂ ਬਸਪਾ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਤੁਸੀਂ ਪਹਿਲੀ ਵਾਰ ਉਮੀਦਵਾਰ ਦੇ ਵਜੋਂ ਇੱਥੇ ਖੜੇ ਹੋਏ ਹੋ ਚੋਣ ਦੇ ਵਿੱਚ, ਹੈ ਨਾ, ਪਰ ਉਸ ਤੋਂ ਪਹਿਲਾਂ ਦੋ ਧਾਕੜ ਨੇ ਜਿਹੜੇ ਤੁਹਾਡੇ ਖਿਲਾਫ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਜੋ ਕਿ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਤੋਂ ਇਹੋ ਜੀ ਕਿਹੜੀ ਪਾਵਰ ਹੈ ਕਿ ਤੁਸੀਂ ਜਿਹੜੇ ਆ ਇਲੈਕਸ਼ਨ ਜਿੱਤ ਸਕਦੇ ਹੋ? ਦੇਖੋ ਹੁਸ਼ਿਆਰਪੁਰ ਦੀ ਜਿੱਥੋਂ ਗੱਲ ਕਰੀਏ ਹੁਣ ਭਾਜਪਾ ਦਾ ਗੜ ਨਹੀਂ ਰਿਹਾ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਕਾਲੀਆਂ ਦੀ ਵੋਟ ਇੱਥੋਂ ਕੀ ਹੁਣ ਕਾਂਗਰਸ ਦਾ ਬਣ ਗਿਆ? ਕਾਂਗਰਸ ਦਾ ਤਾਂ ਸਫਾਇਆ ਹੀ ਹੈਗਾ ਜੀ, ਤੀਜੇ ਨੰਬਰ ਤੇ ਆਉਣਾ ਉਹਨਾਂ ਦਾ ਕੈਂਡੀਡੇਟ। ਤੁਸੀਂ ਦੇਖ ਲਓ ਮੇਰੇ ਹੁਣ ਗੱਲ ਯਾਦ ਰੱਖਿਓ। ਮੈਂ ਸ਼ਰੇਆਮ ਕਹਿੰਦਾ ਕਿ ਇਹ ਬੰਦਾ ਸ਼ਾਮ ਸੁੰਦਰ ਅਰੋੜਾ ਅੱਜ ਤੋਂ 25 ਸਾਲ ਪਹਿਲਾਂ ਉਹਨੂੰ ਵੇਚਦਾ ਹੁੰਦਾ ਸੀ ਜੀ। ਅੱਜ ਇਹਦੇ ਕੋਲ 2000 ਕਰੋੜ ਦੀ ਪ੍ਰਾਪਰਟੀ ਹੈਗੀ ਹੈ। ਕਿੱਥੋਂ ਆਈ? ਕਿ ਨੋਟ ਬਣਾਉਣ ਦੀ ਮਸ਼ੀਨ ਲਾਈ ਹੋਈ ਇਹਨੇ ਘਰ। ਤੁਰ ਤੁਹਾਡੇ ਕੋਲ ਹੁੰਦਾ ਨਹੀਂ, ਤੁਸੀਂ ਫਿਰ ਟਿਕਟਾਂ ਲੈ ਕੇ ਦੁਬਾਰਾ ਲੋਕਾਂ ਨੂੰ ਲੁੱਟਣ ਦੀ ਖਾਸ ਜ਼ਾਹਰ ਕਰ ਰਹੇ ਹੋ ਤੇ ਇਹ ਸਾਰਾ ਗਲਤ ਹੈ। ਮੈਂ ਤੇ ਇਹਨਾਂ ਨੂੰ ਦੋ ਜਿਹੜੇ ਉਮੀਦਵਾਰ ਹੈਗੇ ਇਹਨਾਂ ਨੂੰ ਮੈਂ ਇਹੀ ਸੁਝਾਅ ਦਿਆਂਗਾ ਵੀ ਤੁਸੀਂ ਹੁਣ ਜਾਣ ਦਿਓ, ਹੁਣ ਆਪਣੇ ਜਿੰਨੇ ਵੀ ਪਾਪ ਬਖਸ਼ੋ, ਉੱਥੇ ਕਿਤੇ ਗੰਗਾ ਕਿਨਾਰੇ ਜਾ ਕੇ ਬੈਠੋ, ਆਪਣਾ ਪਾਠ ਪੂਜਾ ਕਰੋ। ਹੁਣ ਜਿਹੜਾ ਬਾਕੀ ਦਾ ਕੰਮ ਸਾਨੂੰ ਰਹਿਣ ਦਿਓ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਰਜਿੰਦਰ ਕੌਰ ਤੇ ਪ੍ਰੋਗਰਾਮ ਚੱਲ ਰਿਹਾ ਹੈ ਆ ਗਏ ਨੇਤਾ ਜੀ ਤੇ ਅੱਜ ਅਸੀਂ ਪਹੁੰਚੇ ਹਾਂ ਹਲਕਾ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਦੇ ਉਮੀਦਵਾਰ ਵਰਿੰਦਰ ਸਿੰਘ ਪਰਿਹਾਰ ਜੋ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹ ਆਪਣੇ ਪ੍ਰਚਾਰ ਦੇ ਲਈ ਨਿਕਲੇ ਹੋਏ ਨੇ, ਗਲੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਨਿਕਲੇ ਹੋਏ ਨੇ। ਉਹਨਾਂ ਤੋਂ ਵੀ ਜਾਣਾਂਗੇ ਕਿ ਆਖਿਰ ਉਹਨਾਂ ਦੀ ਜਿਹੜਾ ਚੋਣ ਪ੍ਰਚਾਰ ਦੀ ਸਟ੍ਰੈਟੇਜੀ ਹੈ ਉਹ ਕੀ ਹੈ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਚੱਲਦੇ ਹਾਂ ਪਰਿਹਾਰ ਸਾਹਿਬ ਦੇ ਕੋਲ। ਤੇ ਅੱਜ ਚੋਣ ਪ੍ਰਚਾਰ ਦੇ ਲਈ ਆਪਣੇ ਹਲਕੇ ਦੇ ਪਿੰਡਾਂ ਦੇ ਵਿੱਚ ਜਾ ਰਹੇ ਨੇ, ਲੋਕਾਂ ਨਾਲ ਗੱਲਬਾਤ ਕਰ ਰਹੇ ਨੇ। ਔਰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਰਜਿੰਦਰ ਜੀ। ਪਹਿਲਾਂ ਤਾਂ ਇਹ ਦੱਸੋ ਕਿ ਪ੍ਰਚਾਰ ਮੁਹਿੰਮ ਕਿਵੇਂ ਦੀ ਚੱਲ ਰਹੀ ਹੈ? ਬਹੁਤ ਵਧੀਆ ਚੱਲ ਰਹੀ ਜੀ, ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸਾਨੂੰ ਵੋਟਰਾਂ ਵੱਲੋਂ, ਹਲਕੇ ਦੇ ਲੋਕਾਂ ਵੱਲੋਂ ਜੀ। ਕਿਉਂਕਿ ਸਾਡੇ ਇੱਥੋਂ ਹਲਕੇ ਦੇ ਲੋਕ ਜਿਹੜੇ ਕਾਫੀ ਤੰਗ ਸੀ ਪਿਛਲੀਆਂ ਸਰਕਾਰਾਂ ਤੋਂ ਜੀ। ਉਹਨਾਂ ਨੇ ਪਰਚੇ ਕਟਾ ਕੇ ਹੋਰ ਇਗਨੋਰ ਕਰਕੇ ਸਾਰੀ ਜਨਤਾ ਨੂੰ ਬੜਾ ਦੁਖੀ ਕੀਤਾ, ਲੁੱਟ ਖਸੁੱਟ ਕਾਫੀ ਕੀਤੀ ਹੈ ਜੀ। ਪਿਛਲੀ ਸਰਕਾਰ ਵੱਲੋਂ, ਖਾਸ ਕਰਕੇ ਅਰੋੜਾ ਜੀ ਵੱਲੋਂ। ਜੀ। ਤੇ ਉਹਨਾਂ ਨੇ ਆਪਣਾ ਹੀ ਵਿਕਾਸ ਦਾ ਹੀ ਸੋਚਿਆ ਹੈਗਾ ਜੀ 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 ਤੇ ਨਿੱਜੀ ਵਿਕਾਸ ਹੀ ਕਰਾਇਆ ਉਹਨਾਂ ਨੇ। ਤੇ ਪੈਲੇਸ ਬਣਾ ਲਏ 2-3 ਵੱਡੇ ਟੌਪ ਕਲਾਸ ਦੇ, ਤੇ ਸਕੂਲ ਬਣਾ ਲਏ, ਹਸਪੀਟਲ ਆਪਣੇ ਪ੍ਰਾਈਵੇਟ ਹੀ ਬਣਵਾ ਲਏ। ਤੇ ਜਿਹੜੇ ਸਰਕਾਰੀ ਹਸਪੀਟਲ ਆ ਉਹਨਾਂ ਨੂੰ ਫੇਲ ਕਰਕੇ ਉਹਨਾਂ ਦੇ ਸਕੈਨਿੰਗ ਸੈਂਟਰ ਬੰਦ ਕਰਾ ਕੇ ਜੀ, ਉਹਨਾਂ ਦੇ ਟੈਸਟਿੰਗ ਸੈਂਟਰ ਬੰਦ ਕਰਾ ਕੇ ਸਿਰਫ ਅੱਧਾ ਕਿਲੋਮੀਟਰ ਦੂਰ ਸਿਵਲ ਹਸਪੀਟਲ ਤੋਂ ਉਹਨਾਂ ਦਾ ਆਪਣਾ ਹਸਪੀਟਲ ਆ ਜਿੱਥੇ ਕਿ ਸਰਕਾਰੀ ਹਸਪੀਟਲ ਦੇ ਡਾਕਟਰ ਜਿਹੜੇ ਆ ਜਾਂ ਹੋਰ ਆ ਉਹ ਉੱਥੇ ਟੈਸਟ ਵਗੈਰਾ ਉੱਥੇ ਉਹਨਾਂ ਦੇ ਆਪਣੇ ਨਿੱਜੀ ਹਸਪੀਟਲ ਦੇ ਵਿੱਚ ਸ਼ਿਵਮ ਦੇ ਵਿੱਚ ਜੀ ਰੈਫਰ ਕੀਤੇ ਜਾਂਦੇ ਆ ਤਾਂ ਕਿ ਉਹ ਐਮਐਲਏ ਸਾਹਿਬ ਦੀ ਇਨਕਮ ਵਧਾਈ ਜਾ ਸਕੇ। ਦੂਜੇ ਪਾਸੇ ਉਹ ਕਿਹਨੂੰ ਨੁਕਸਾਨ ਕਿਹਨੂੰ ਹੋ ਰਿਹਾ? ਆਮ ਜਨਤਾ ਨੂੰ ਹੋ ਰਿਹਾ। ਜਿਹੜੇ ਗਰੀਬ ਲੋਕ ਆ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਜਾਂਦੇ ਆ ਉਹਨਾਂ ਨੂੰ ਮਜਬੂਰਨ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਣਾ ਪੈਂਦਾ। ਤੇ ਦੂਜਾ ਇਹ ਹੈਗਾ ਕਿ ਪ੍ਰਾਈਵੇਟ ਜਿਹੜੇ ਸਕੂਲ ਉਹਨਾਂ ਨੇ ਖੋਲ੍ਹੇ ਹੋਏ ਆਪਣੇ ਕਈ ਟੌਪ ਕਲਾਸ ਸਕੂਲ ਜਿਸ 'ਚ ਵੱਡੀਆਂ ਫੀਸਾਂ ਵਸੂਲੀਆਂ ਜਾਂਦੀਆਂ, ਉਹ ਸਰਕਾਰੀ ਸਕੂਲਾਂ ਨੂੰ ਫੇਲ ਕਰਕੇ ਜੀ
ਤੇ ਪ੍ਰਾਈਵੇਟ ਸਕੂਲ ਜਿਹੜੇ ਆਪਣੇ ਉਹ ਚਲਾਏ ਜਾ ਰਹੇ। ਜੇ ਸਰਕਾਰੀ ਸਕੂਲ ਚੰਗੇ ਹੋਣ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਸੇ ਨੂੰ ਜਾਣ ਦੀ ਲੋੜ ਹੀ ਨਹੀਂ ਹੈਗੀ। ਮੈਂ ਇਹ ਦੋ ਇਸ਼ੂਜ਼ ਜਿਹੜੇ ਹੈਗੇ ਆ ਉਹਨਾਂ ਤੇ ਸਟ੍ਰੈਸ ਕਰ ਰਿਹਾ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਇਹ ਦੋਨਾਂ ਇਸ਼ੂਜ਼ ਨੂੰ ਚੱਕਾਂਗੇ, ਪ੍ਰਾਈਵੇਟ ਹਸਪੀਟਲਸ ਨੂੰ ਤੇ ਹੈਲਥ ਕੇਅਰ ਨੂੰ ਤੇ ਸਕੂਲਿੰਗ ਨੂੰ। ਤੇ ਦੂਜਾ ਜਿਹੜਾ ਇੱਥੇ ਸ਼ਹਿਰ ਦੇ ਵਿੱਚ ਬੜੀ ਵੱਡੀ ਪੱਧਰ ਤੇ ਨਸ਼ਾਖੋਰੀ ਗੁੰਡਾਗਰਦੀ ਚੱਲ ਰਹੀ ਹੈ ਤੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਆਸ਼ਵਾਸਨ ਦਵਾਉਣਾ ਕਿ ਜੇ ਮੈਂ ਇਲੈਕਟ ਹੁੰਦਾ ਤੇ ਮੈਂ ਨਸ਼ਾਖੋਰੀ ਤੇ ਗੁੰਡਾਗਰਦੀ ਦਾ ਮੁਕੰਮਲ ਸਫਾਇਆ ਇੱਥੋਂ ਕਰ ਦਿਆਂਗਾ ਜੀ। ਤੇ ਫਿਰ ਹੈਗਾ ਜੇ ਸੁਰੱਖਿਆ ਪਹਿਲਾਂ ਹੋਏਗੀ ਤੇ ਫਿਰ ਹੀ ਵਿਕਾਸ ਹੋਏਗਾ ਨਾ ਜੀ। ਜੇ ਸੁਰੱਖਿਆ ਹੀ ਨਹੀਂ ਹੈ, ਉਹ ਦੁਕਾਨਾਂ ਵਾਲੇ ਵਿਚਾਰੇ ਸ਼ਹਿਰ ਦੇ ਜਿੰਨੇ ਹੈਗੇ ਆ ਉਹ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਕਿ ਰਾਤ ਨੂੰ ਕੋਈ ਸਾਡਾ ਸਮਾਨ ਹੀ ਨਾ ਚੱਕ ਕੇ ਲੈ ਜਾਏ। ਚੋਰੀਆਂ ਇੰਨੀਆਂ ਹੁੰਦੀਆਂ, ਪਿੱਛੇ ਜੇ 20 ਲੱਖ ਚੋਰੀ ਹੋ ਗਿਆ ਇੱਕ ਹਫ਼ਤਾ ਪਹਿਲਾਂ ਹੀ। ਤੇ ਫਿਰ ਕਈ ਵਾਰੀ ਪੂਰਾ ਸਮਾਨ ਹੀ ਲੈ ਜਾਂਦੇ ਆ ਉਹਨਾਂ ਦਾ, ਗਾਇਬ ਹੋ ਜਾਂਦਾ। ਫਿਰ ਜਿਹੜੇ ਆ ਉਹ ਨਸ਼ੇੜੀ ਖੁੱਲੇ ਤੁਰੇ ਫਿਰਦੇ ਆ ਸੜਕਾਂ ਤੇ, ਉਹ ਕਿਸੇ ਦੀ ਚੇਨ ਲਾ ਗਏ, ਕਿਸੇ ਵਿਚਾਰੀ ਔਰਤ ਦਾ ਪਰਸ ਖੋ ਕੇ ਲੈ ਗਏ। ਨੁਕਸਾਨ ਕਿਹਦਾ ਹੁੰਦਾ? ਆਮ ਵਪਾਰੀ ਦਾ ਹੁੰਦਾ। ਤੇ ਮੈਂ ਅਸੀਂ ਚਾਹੁੰਦੇ ਹੈਗੇ ਕਿ ਇੱਕ ਸਪੈਸ਼ਲ ਟਾਸਕ ਫੋਰਸ ਬਣਾਵਾਂਗੇ ਹੁਸ਼ਿਆਰਪੁਰ ਦੇ ਦੁਕਾਨਦਾਰਾਂ ਨੂੰ ਬਚਾਉਣ ਲਈ, ਉਹਨਾਂ ਦੀ ਸੁਰੱਖਿਆ ਲਈ। ਤੁਸੀਂ ਇੱਕ ਸਮਾਜ ਸੇਵਕ ਹੋ, ਹੈ ਨਾ? ਤੇ ਪਰ ਤੁਸੀਂ ਰਾਜਨੀਤੀ ਦੇ ਵਿੱਚ ਆਉਣ ਦੇ ਬਾਰੇ ਕਿੱਦਾਂ ਸੋਚਿਆ? ਰਾਜਨੀਤਿਕ ਵਿੱਚ ਆਉਣਾ ਤੇ ਮੈਂ ਨਹੀਂ ਚਾਹੁੰਦਾ ਸੀ। ਬੜੇ ਜਿਗਰੇ ਦੇ ਨਾਲ ਮੈਂ ਮਨ ਮਾਰ ਕੇ ਰਾਜਨੀਤੀ 'ਚ ਆਇਆ। ਮੈਨੂੰ ਕੁਝ ਚੰਗੇ ਲੋਕਾਂ ਨੇ, ਬੁੱਧੀਜੀਵੀਆਂ ਨੇ ਪ੍ਰੇਰਿਤ ਕੀਤਾ ਕਿ ਜੇ ਤੁਹਾਡੇ ਵਰਗੇ ਬੰਦੇ ਰਾਜਨੀਤੀ ਦੇ ਵਿੱਚ ਆਉਣਗੇ ਤੇ ਤਾਂ ਹੀ ਇਹ ਜਿਹੜੇ ਕਰਪਟ ਲੋਕ ਹੈ ਇਹਨਾਂ ਦਾ ਰਾਹ ਰੋਕਿਆ ਜਾ ਸਕਦਾ, ਨਹੀਂ ਤਾਂ ਫਿਰ ਦੁਬਾਰਾ ਰਿਪੀਟ ਹੋ ਜਾਊਗੇ। ਫਿਰ ਇਸ ਕਰਕੇ ਮੈਂ ਰਾਜਨੀਤੀ 'ਚ ਆਇਆ, ਚੋਣਾਂ 'ਚ ਇਸ ਕਰਕੇ ਖੜਿਆ ਕਿ ਮੈਂ ਸ਼ਹਿਰ ਦੇ ਲੋਕਾਂ ਦਾ, ਹੁਸ਼ਿਆਰਪੁਰ ਦੇ ਲੋਕਾਂ ਦਾ, ਪੰਜਾਬ ਦੇ ਲੋਕਾਂ ਦਾ ਕੋਈ ਭਲਾ ਕਰ ਸਕਾਂ। ਜੀ। ਪਰਿਮਾਰ ਸਾਹਿਬ, ਜਿੱਦਾਂ ਤੁਸੀਂ ਆਪਣੇ ਸਭ ਤੋਂ ਪਹਿਲਾਂ ਇਹ ਕਿਹਾ ਕਿ ਮੈਂ ਆਪਣੀ ਤਨਖਾਹ ਨਹੀਂ ਲਵਾਂਗਾ, ਜਿਹੜਾ ਇੱਕ ਬੜਾ ਹੀ ਇੰਟਰਸਟਿੰਗ ਫੈਕਟ ਲੱਗਾ ਸਾਨੂੰ ਕਿ ਆਪਣੀ ਤਨਖਾਹ ਨਹੀਂ ਲਵਾਂਗਾ। ਇਹ ਕਿਉਂ? ਦੇਖੋ, ਮੈਂ ਇੱਕ ਰੀਤ ਪਾਉਣੀ ਚਾਹੁੰਦਾ। ਅਰਬਾਂਪਤੀ ਬੰਦੇ ਆ ਜੀ, ਐਮਐਲਏ, ਮੰਤਰੀ, ਫਿਰ ਵੀ ਤਨਖਾਹ ਲੈ ਰਿਹਾ 1.5-2 ਲੱਖ। ਕੀ ਬਣਨਾ ਉਹਦੇ ਨਾਲ? ਮੈਂ ਚਾਹੁੰਦਾ ਕਿ ਮੈਂ ਇੱਕ ਪਹਿਲਾ ਬੰਦਾ ਹੋਵਾਂਗੇ, ਰੀਤ ਪਾ ਦਿਆਂ ਕਿ ਜਿਹਨੂੰ ਨਹੀਂ ਲੋੜ ਨਾ ਲਓ। ਮੇਰੇ ਕੋਲ ਦੇਖੋ, ਮੈਂ ਕੋਈ ਬਿਜ਼ਨਸ ਨਹੀਂ ਕਰਦਾ, 60 ਏਕੜ ਜ਼ਮੀਨ ਆ। ਜੇ ਮੈਨੂੰ ਉਹਦੇ 'ਚ ਰੱਜ ਨਹੀਂ ਆਉਂਦਾ ਤਾਂ ਮੈਂ ਹੋਰ 1.5 ਲੱਖ ਰੁਪਈਆ ਮਹੀਨੇ ਦੀ ਤਨਖਾਹ ਲੈ ਕੇ ਹੋਰ ਕੀ ਆਪਣੇ ਆਪ ਨੂੰ ਚਾਰ ਚਾਨਣ ਲਾ ਲਾਂਗਾ। ਤੇ ਮੈਂ ਚਾਹੁੰਦਾ ਕਿ ਉਹ ਜਿਹੜੀ ਤਨਖਾਹ ਕਿੱਥੋਂ ਜਾਂਦੀ ਹੈ ਜੀ? ਟੈਕਸ ਪੇਅਰਸ ਦਾ ਪੈਸਾ। ਹੁਣ ਤੁਸੀਂ ਜਲੰਧਰ ਤੋਂ ਆਏ ਹੋ ਇੱਥੇ, 2000 ਦਾ ਤੇਲ ਤੁਸੀਂ ਡੀਜ਼ਲ ਪਵਾਇਆ ਤੇ ਉਹਦੇ 'ਚੋਂ 1200 ਰੁਪਏ ਤਾਂ ਤੁਸੀਂ ਟੈਕਸ ਦੇ ਦਿੱਤਾ ਸਰਕਾਰ ਨੂੰ। ਤੇ ਆਮ ਜਿਹੜਾ ਗਰੀਬ ਹੈ ਉਹ 500 ਰੁਪਏ ਦਾ ਸਕੂਟਰ 'ਚ ਤੇਲ ਪਾਉਂਦਾ, ਉਹ ਵਿਚਾਰਾ 280 ਰੁਪਏ ਟੈਕਸ ਤਾਂ ਉਹਦਾ ਉਸੇ ਵੇਲੇ ਵਸੂਲ ਦੇ ਹੋ ਜਾਂਦਾ, ਉੱਥੇ ਹੀ ਪੰਪ ਦੇ ਉੱਤੇ ਹੀ ਟੈਕਸ ਉਹਨੂੰ ਦੇਣਾ ਪੈ ਜਾਂਦਾ। ਉਹਨਾਂ ਨਾਲ ਸਰਕਾਰਾਂ ਚੱਲਦੀਆਂ। ਪਹਿਲਾਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਇਹ ਟੈਕਸ ਟੁਕਸ ਦਾ ਕਿੱਦਾਂ ਸਰਕਾਰਾਂ ਚੱਲਦੀਆਂ, ਕਿੱਥੋਂ ਆਉਂਦਾ। ਮੈਂ ਹੁਣ ਸਾਰਿਆਂ ਨੂੰ ਸਮਝਾ ਰਿਹਾ ਵੀ ਤੁਸੀਂ ਕੀ ਦਿੰਦੇ ਹੋ। ਤੁਸੀਂ ਸਵੇਰੇ ਚਾਹ ਪੀਂਦੇ ਹੋ ਤਾਂ ਉੱਤੇ ਵੀ ਟੈਕਸ ਹੁੰਦਾ। ਤੁਸੀਂ ਟੁੱਥ ਪੇਸਟ ਦੀ ਉੱਤੇ ਦੇਖ ਲਓ, ਉੱਤੇ ਵੀ ਟੈਕਸ ਐਕਸਟਰਾ ਹੁੰਦਾ। ਜਿੰਨੀ ਕੋਈ ਕੀਮਤ ਵਸੂਲੀ ਜਾਂਦੀ ਹੈ। ਤੇ ਇਹ ਸਰਕਾਰਾਂ ਜਿਹੜੀਆਂ ਸਾਡੇ ਆਮ ਗਰੀਬ ਲੋਕਾਂ ਦੇ ਤੇ ਮਿਡ ਵਰਗ ਦੇ ਜਿਹੜੇ ਉਹ ਸਭ ਤੋਂ ਵੱਡੇ ਟੈਕਸ ਪੇਅਰ ਉਹਨਾਂ ਨਾਲ ਦਿੱਤੀਆਂ ਚੱਲਦੀਆਂ ਹੈਗੀਆਂ। ਤੇ ਕਿਸੇ ਨੂੰ ਰੀਤ ਪਾਉਣੀ ਚਾਹੀਦੀ ਵੀ ਜੇ ਕਿਉਂ ਸਮਾਜ ਦੇ ਤੁਸੀਂ ਜੇ ਐਮਐਲਏ ਬਣਦੇ ਹੋ, ਕਿਉਂ ਬਣ ਰਹੇ ਹੋ? ਤੁਸੀਂ ਪੈਸੇ ਕਮਾਉਣ ਲਈ ਬਣ ਰਹੇ ਹੋ। ਜੇ ਤੁਸੀਂ ਪੈਸਾ ਹੀ ਕਮਾਉਣਾ ਤਾਂ ਬਿਜ਼ਨਸ ਕਰੋ। ਤੇ ਤੁਸੀਂ ਐਮਐਲਏ ਤਾਂ ਉਹ ਬਣੇ ਜਿਹਨੇ ਸੇਵਾ ਹੀ ਕਰਨੀ ਹੈ। ਹੁਣ ਇੱਥੇ ਦੇ ਲੋਕਲ ਵਿਧਾਇਕ ਹੈਗੇ, ਉਹ 40 ਕੁ ਬਿਜ਼ਨਸ ਹੈ ਉਹਨਾਂ ਦੇ, ਤੇ ਉਹਨੂੰ ਉਹਦੇ ਕੋਲ ਤਾਂ ਟਾਈਮ ਹੀ ਨਹੀਂ। ਉਹ 40 ਬਿਜ਼ਨਸ ਆਪਣੇ ਪਹਿਲਾਂ ਉਹਨਾਂ ਲਈ ਟਾਈਮ ਦੇਏਗਾ, ਫਿਰ ਹੀ ਲੋਕਾਂ ਨੂੰ ਟਾਈਮ ਦੇਏਗਾ। ਔਰ ਫਿਰ ਉਹ ਇੰਨੀ ਲੁੱਟ ਖਸੁੱਟ ਤੋਂ ਬਾਅਦ ਫਿਰ ਉਹ ਚਾਹੁੰਦੇ ਕਿ ਮੈਨੂੰ ਦੁਬਾਰਾ ਟਿਕਟ ਲੈ। ਦੱਸੋ, ਹਾਈ ਕਮਾਂਡ ਵੀ ਇਹਨਾਂ ਦੀ ਇਹੋ ਜਿਹੀ ਹੈ, ਦੁਬਾਰਾ ਪਰ ਪਰਿਹਾਰ ਸਾਹਿਬ, ਤੁਸੀਂ ਕਿਹਾ ਨਸ਼ਾਖੋਰੀ ਖਤਮ ਕਰਾਂਗੇ, ਪਰ ਸ਼੍ਰੋਮਣੀ ਅਕਾਲੀ ਦਲ ਉੱਪਰ ਤਾਂ ਕਹਿ ਲਓ ਕਿ ਸਾਰੇ ਇਲਜ਼ਾਮ ਲੱਗਦੇ ਰਹਿੰਦੇ ਨੇ ਨਸ਼ਾਖੋਰੀ ਦੇ। ਦੇਖੋ, ਉਹ ਜਿਹੜੇ ਇਲਜ਼ਾਮ ਆ ਉਹ ਸਹੀ ਨਹੀਂ ਹੈਗੇ। ਦੂਜਾ, ਮੈਂ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਹੈਗਾ ਤੇ ਮੈਂ ਇੱਕ ਸਮਾਜ ਸੇਵਕ ਹੈਗਾ। ਜੇ ਗੱਠਜੋੜ ਤਾਂ ਉਹਨਾਂ ਦੇ ਨਾਲ ਹੈ ਨਾ? ਗੱਠਜੋੜ ਦੋਨਾਂ ਦੇ ਨਾਲ ਹੈਗਾ, ਪਰ ਐਮਐਲਏ ਦੇ ਵਿੱਚ ਵੀ ਹਿੰਮਤ ਚਾਹੀਦੀ ਆ। ਜੇ ਮੈਂ ਹੁਸ਼ਿਆਰਪੁਰ ਦੇ ਵਿੱਚ ਮਤਲਬ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਹਿ ਰਹੇ ਹੋ ਕਿ ਤੁਸੀਂ ਉਹਨੂੰ ਰਿਪਰੈਜ਼ੈਂਟ ਨਹੀਂ ਕਰ ਰਹੇ, ਤੁਸੀਂ ਬਸਪਾ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਸਾਡਾ ਗੱਠਜੋੜ ਹੈ ਉਹਨਾਂ ਦੇ ਨਾਲ, ਸਾਡੀ ਸਹਿਯੋਗੀ ਪਾਰਟੀ ਹੈ। ਪਰ ਮੈਂ ਜਿਹੜਾ ਹੈਗਾ, ਤੁਸੀਂ ਆਪਣਾ ਕੰਮ ਜਿਹੜਾ ਹੈ ਉਹ ਦਿਖਾਓਗੇ? ਮੈਂ ਆਪਣਾ ਕੰਮ ਤੇ ਦੇਖੋ, ਮੈਂ ਆਪਣੇ ਮੇਰੇ ਚੋਣ ਵਾਅਦੇ ਜੋ ਨਿੱਜੀ ਹੈਗੇ, ਮੈਂ ਉਹਨਾਂ ਦੇ ਆਧਾਰ ਤੇ ਚੋਣ ਲੜ ਰਿਹਾ। ਮੈਂ ਆਪਣੀ ਮੁਹਿੰਮ ਆਪ ਚਲਾ ਰਿਹਾ ਹੈਗਾ। ਜਿਹੜੇ ਉੱਪਰ ਵਾਲੇ ਇਸ਼ੂ ਆ ਉਹਦੇ 'ਚ ਦੇਖੋ ਮੈਂ ਕੁਝ ਨਹੀਂ ਕੰਟਰੋਲ ਕਰ ਸਕਦਾ। ਜੇ ਮੈਂ ਕੁਝ ਕਹਾਂਗਾ ਤੇ ਉਹਦੇ 'ਚ ਕੋਈ ਉਹਦੀ ਮੁਕਤ ਨਹੀਂ, ਵੈਲਿਊ ਨਹੀਂ ਹੋਏਗੀ, ਕਿਉਂਕਿ ਮੈਂ ਉਸ ਲੈਵਲ ਦਾ ਲੀਡਰ ਨਹੀਂ। ਮੈਂ ਹੁਸ਼ਿਆਰਪੁਰ ਲੈਵਲ ਦਾ ਲੀਡਰ ਹੈਗਾ ਤੇ ਮੈਂ ਇੱਥੇ ਦੀ ਗੱਲ ਕਰਨੀ ਚਾਹੁੰਦਾ। ਤੁਸੀਂ ਪਹਿਲੀ ਵਾਰ ਉਮੀਦਵਾਰ ਦੇ ਵਜੋਂ
ਇੱਥੇ ਖੜੇ ਹੋਏ ਹੋ ਚੋਣ ਦੇ ਵਿੱਚ, ਹੈ ਨਾ, ਪਰ ਉਸ ਤੋਂ ਪਹਿਲਾਂ 2 ਧਾਕੜ ਨੇ ਜਿਹੜੇ ਤੁਹਾਡੇ ਖਿਲਾਫ ਚੋਣ ਮੈਦਾਨ ਦੇ ਵਿੱਚ ਉਤਰੇ ਨੇ, ਜੋ ਕਿ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਤੋਂ ਇਹੋ ਜੀ ਕਿਹੜੀ ਪਾਵਰ ਹੈ ਕਿ ਤੁਸੀਂ ਜਿਹੜੇ ਆ ਇਲੈਕਸ਼ਨ ਜਿੱਤ ਸਕਦੇ ਹੋ? ਦੇਖੋ, ਉਹ ਜਿਹੜੇ 2 ਧਾਕੜ ਤੁਸੀਂ ਕਹਿ ਰਹੇ ਹੋ, ਉਹਨਾਂ ਦਾ ਕੋਈ ਹੁਸ਼ਿਆਰਪੁਰ ਦੇ ਵਿੱਚ ਆਧਾਰ ਨਹੀਂ ਰਿਹਾ। ਉਹ 25 ਸਾਲ ਤੋਂ ਉਹਨਾਂ ਨੇ ਰਾਜ ਕੀਤਾ ਤੇ ਜਨਤਾ ਬੜੀ ਦੁਖੀ ਹੈਗੀ, ਉਹਨਾਂ ਦਾ ਨਾਂ ਤੱਕ ਨਹੀਂ ਸੁਣਨਾ ਚਾਹੁੰਦੀ। ਅਸੀਂ ਡੋਰ ਟੂ ਡੋਰ ਜਾਂਦੇ ਹਾਂ ਤੇ ਇੰਨੀ ਕੁ ਗਾਲ ਪੈ ਰਹੀ ਆ ਉਹਨਾਂ ਨੂੰ, ਖਾਸ ਕਰ ਬੀਬੀਆਂ ਵੱਲੋਂ, ਔਰਤਾਂ ਵੱਲੋਂ, ਤੇ ਉਹਨਾਂ ਦਾ ਹੁਣ ਕੋਈ ਚਾਂਸ ਨਹੀਂ ਹੈਗਾ। ਉਹਨਾਂ ਨੂੰ ਲੋਕ ਸਮਝ ਗਏ ਆ ਕਿ ਉਹਨਾਂ ਦੇ ਸਿਰਫ ਪੈਸਾ ਕਮਾਉਣ ਦੇ ਮੋਟਿਵ ਨਾਲ ਹੀ ਉਹ ਚੋਣ ਮੈਦਾਨ 'ਚ ਆਏ, ਤੇ ਹੁਣ ਅੱਗੇ ਤੋਂ ਹੋਰ ਪੈਸਾ ਕਮਾਉਣਾ ਹੈਗਾ ਉਹਨੇ, ਤੇ ਚੰਗਾ ਲੁੱਟ ਖਸੁੱਟ ਨਹੀਂ ਕੀਤੀ ਹੈ, ਤੇ ਹੋਰ ਕਿੰਨੀ ਕੁ ਕਰੋਗੇ। ਦੂਜੇ ਪਾਸੇ ਮੈਂ ਸਮਾਜ ਸੇਵਕ ਹੈਗਾ, ਮੇਰਾ ਪੈਸਾ ਕਮਾਉਣ ਦਾ ਕੋਈ ਮੋਟਿਵ ਨਹੀਂ ਗਾ, ਕੋਈ ਉਦੇਸ਼ ਨਹੀਂ ਗਾ, ਤੇ ਮੈਂ ਤੇ ਸੇਵਾ ਲਈ ਹੀ ਆਇਆ ਹਾਂ। ਤੇ ਆਪਾਂ ਇੱਕ ਹੋਮ ਫॉर ਹੋਮਲੈਸ ਆਰਗੇਨਾਈਜੇਸ਼ਨ ਮੈਂ ਚਲਾਉਂਦਾ, ਜਿਹਦੇ ਤਹਿਤ ਅਸੀਂ ਜਿਹੜਾ ਉਹ ਕੰਮ ਕਰਦੇ ਆ, ਤੇ ਇਹਨਾਂ ਨੇ ਕਿਸੇ ਦੇ ਘਰ ਦੀ ਇੱਟ ਤੱਕ ਨਹੀਂ ਲਵਾਈ। ਅਸੀਂ 73 ਘਰ ਬਣਾ ਚੁੱਕੇ ਆ, ਤੇ ਅੱਗੇ ਜੇ ਆਉਂਦੀ ਆ ਸਾਡੀ ਸਰਕਾਰ, ਤੁਸੀਂ ਉਹ ਪਾਰਟੀਆਂ ਦੀ ਨੈਗੇਟਿਵਿਟੀ ਨਾ ਦੇਖੋ। ਹੁਣ ਸੁਖਬੀਰ ਜੀ ਆਏ ਇੱਥੇ ਹੁਸ਼ਿਆਰਪੁਰ, ਮੈਂ ਉਹਨਾਂ ਨੂੰ ਆਪਣੇ ਘਰ ਨਹੀਂ ਲਗਿਆ ਜਿੱਦਾਂ ਬਾਕੀ ਲੈ ਜਾਂਦੇ ਆ। ਮੈਂ ਉਹਨਾਂ ਨੂੰ ਅੱਜੋਵਾਲ ਦੀਆਂ ਝੁੱਗੀਆਂ 'ਚ ਲੈ ਕੇ ਗਿਆ, ਜਿੱਥੇ ਅਸੀਂ ਹੋਮ ਫॉर ਹੋਮਲੈਸ ਪ੍ਰੋਜੈਕਟ ਚਲਾਉਂਦੇ ਹੈਗੇ, ਤੇ ਉੱਥੇ ਉਹਨਾਂ ਨੂੰ ਦੱਸਿਆ ਵੀ ਆਹ ਵੀ ਪੰਜਾਬ ਹੈਗਾ। ਸੁਖਬੀਰ ਜੀ ਤੁਹਾਡੀ ਸੋਚ ਦੇ ਨਾਲ ਸਹਿਮਤ ਨੇ, ਜੋ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਂ ਜਨਤਾ ਲਈ ਕਰਨਾ ਚਾਹੁੰਦਾ ਹਾਂ? ਹਾਂ, ਉਹ ਇੰਨੇ ਕੁ ਸਹਿਮਤ ਹੋਏ, ਇੱਕ ਤਾਂ ਹੈਰਾਨ ਰਹਿ ਗਿਆ ਦੇਖ ਕੇ, ਉਹਨਾਂ ਕੋ ਘਰ ਦਾ ਸੀ ਰਿਬਨ ਕਟਵਾਇਆ। ਉਹਨਾਂ ਨੇ ਫਿਰ ਆਪਣੀ ਥੋੜੀ ਪਾਲਿਸੀ ਚੇਂਜ ਕੀਤੀ, ਜਿਹੜਾ 13 ਨਿਕਾਤੀ ਪ੍ਰੋਗਰਾਮ ਉਹ 'ਚ ਇੱਕ ਹੋਰ ਐਡ ਕੀਤਾ। ਜਦੋਂ ਉਹਨਾਂ ਨੂੰ ਮੈਂ ਦੱਸਿਆ ਕਿ ਮੇਰੇ ਹਲਕੇ ਦੇ ਵਿੱਚ ਕਈ ਹਜ਼ਾਰ ਬੰਦੇ ਜਿਹਨਾਂ ਕੋਲ ਘਰ ਹੈ ਨਹੀਂ, ਔਰ ਪੂਰੇ ਪੰਜਾਬ ਦੇ ਵਿੱਚ ਕਈ ਲੱਖ ਬੰਦਾ ਹੈ ਜਿਹਦੇ ਕੋਲ ਘਰ ਹੈ ਨਹੀਂ, ਇਹਦਾ ਮਤਲਬ 117 ਹਲਕੇ। ਫਿਰ ਉਹਨਾਂ ਨੇ ਨਵੀਂ ਪਾਲਿਸੀ ਬਣਾਈ ਕਿ ਅਸੀਂ ਹਰ ਹਲਕੇ ਦੇ ਵਿੱਚ 5000 ਘਰ ਬਣਾਵਾਂਗੇ, ਤੇ ਮੈਨੂੰ ਉਹਨੇ ਕਿਹਾ ਕਿ ਪਹਿਲ ਤੇਰੇ ਹੁਸ਼ਿਆਰਪੁਰ ਤੋਂ ਹੋਏਗੀ, ਕਿਉਂਕਿ ਤੁਸੀਂ ਇਹ ਕੰਮ ਕਰ ਰਹੇ ਹੋ। ਜੇ ਸਰਕਾਰ ਬਣਦੀ ਹੈ ਤੇ ਮੈਨੂੰ 5000 ਘਰ ਬਣਾਉਣ ਦੇ ਫੰਡਸ ਮਿਲਣਗੇ। ਪਹਿਲਾਂ ਸ਼ੁਰੂਆਤ ਇੱਥੋਂ ਹੁਸ਼ਿਆਰਪੁਰ ਤੋਂ ਹੋਏਗੀ, ਕਿਉਂ ਹੁਸ਼ਿਆਰਪੁਰੀਏ ਤੁਹਾਨੂੰ ਪਤਾ ਥੋੜੇ ਇੰਟੈਲੀਜੈਂਟ ਗਿਣੇ ਆ, ਤੇ ਇਹ ਜੋ ਰੀਤ ਪਾਓਗੇ ਉਹ ਪੂਰੇ ਪੰਜਾਬ 'ਚ ਜਾਏਗੀ, ਪੂਰੇ ਇੰਡੀਆ 'ਚ ਜਾਏਗੀ, ਤੇ ਮੈਨੂੰ ਬੜੀ ਖੁਸ਼ੀ ਆ ਕਿ ਇਹਦਾ ਸਿਹਰਾ ਮੈਨੂੰ ਮਿਲੇਗਾ। ਅਸੀਂ ਤਾਂ ਇਸ ਗੱਲ 'ਚ ਹੁਣ ਆਪਾਂ ਕੋਈ ਪੈਸੇ ਕਮਾਉਣ ਜਾਂ ਹੋਰ ਉਦੇਸ਼ ਨਾਲ ਤੇ ਆਏ ਨਹੀਂ, ਤੇ ਸੇਵਾ ਲਈ ਆਏ ਆ। ਤੇ ਜੇ ਮੇਰੇ ਹੱਥੋਂ ਹਜ਼ਾਰਾਂ ਘਰ ਬਣੂਗੇ ਤੇ ਮੈਂ ਆਪਣੇ ਆਪ ਨੂੰ ਬਹੁਤ ਵਡਭਾਗੀ ਸਮਝਾਂਗਾ ਜੀ। ਜੀ ਬਾਕੀ ਪਾਰਟੀਆਂ ਵੱਲੋਂ ਵੀ ਕੜੀ ਟੱਕਰ ਦਿੱਤੀ ਜਾ ਰਹੀ ਹੈ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਹੈ ਉਹ ਆਪਣੇ ਵਾਅਦੇ ਲੈ ਕੇ ਆਇਆ ਹੈ, ਨਾਲ ਹੀ ਭਾਜਪਾ ਜਿਹੜੀ ਹੈ ਉਹ ਵੀ ਆਪਣੇ ਇੱਥੇ ਪੂਰਾ ਗੜ੍ਹ ਜਮਾ ਕੇ ਕਿਹਾ ਜਾਂਦਾ ਹੈ ਹੁਸ਼ਿਆਰਪੁਰ ਗੜ੍ਹ ਹੈ ਬੀਜੇਪੀ ਦਾ, ਹੈ ਨਾ, ਤੇ ਤੁਸੀਂ ਕੀ ਸਮਝਦੇ ਹੋ ਕਿ ਸੁਖਬੀਰ ਬਾਦਲ ਦੀ ਰਾਹ ਕਿੰਨਾ ਕੁ ਸੌਖਾ ਹੈ? ਦੇਖੋ, ਹੁਸ਼ਿਆਰਪੁਰ ਦੀ ਜਿੱਥੋਂ ਗੱਲ ਕਰੀਏ, ਹੁਣ ਭਾਜਪਾ ਦਾ ਗੜ੍ਹ ਨਹੀਂ ਰਿਹਾ। ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਅਕਾਲੀਆਂ ਦੀ ਵੋਟ ਇੱਥੋਂ ਹੁਣ ਕਾਂਗਰਸ ਦਾ ਬਣ ਗਿਆ। ਕਾਂਗਰਸ ਦਾ ਤਾਂ ਸਫਾਇਆ ਹੀ ਹੈਗਾ ਜੀ, 3 ਨੰਬਰ ਤੇ ਆਉਣਾ ਉਹਨਾਂ ਦਾ ਕੈਂਡੀਡੇਟ। ਤੁਸੀਂ ਦੇਖ ਲਓ, ਮੇਰੇ ਹੁਣ ਗੱਲ ਯਾਦ ਰੱਖਿਓ ਜੀ। ਤੇ ਜਿਹੜਾ ਭਾਜਪਾ ਦਾ ਹੈਗਾ ਆ, ਉਹ ਪਹਿਲਾਂ ਉਹਨੂੰ ਅਕਾਲੀ ਹੀ ਜਿਤਾਉਂਦੇ ਰਹੇ ਆ। ਉਹ ਹੁਣ ਉਹ ਵਿਚਾਰਾ, ਦੇਖੋ ਭਾਜਪਾ ਦੀ ਜਿੱਥੋਂ ਤੱਕ ਗੱਲ ਹੈ, ਉਹਨਾਂ ਦਾ ਦੇਖੋ ਨਾ ਕਿੰਨਾ ਕੁ ਖਰਾਬ ਹੋਇਆ ਕੰਮ। ਉਹਨਾਂ ਦਾ ਭਾਜਪਾ ਦਾ ਤਾਂ ਪਤਾ ਹੀ ਸਾਫ਼ ਹੈ, ਪੰਜਾਬ 'ਚੋਂ ਕਿਹੜਾ ਬੰਦਾ ਵੋਟ ਪਾਏਗਾ। ਜੋ ਉਹਨਾਂ ਨੇ 750 ਕਿਸਾਨ ਉੱਥੇ ਵਿਚਾਰੇ ਸ਼ਹੀਦ ਕਰਵਾ ਦਿੱਤੇ, ਔਰ ਹੁਣ ਭਾਜਪਾ ਕਿਹੜੇ ਮੂੰਹ ਨਾਲ ਵੋਟ ਮੰਗਣ ਜਾਏਗੀ ਕਿ ਅਸੀਂ ਤੁਹਾਡੇ ਇੰਨੇ ਬੰਦੇ ਮਰਵਾਤੇ ਤੇ ਸਾਨੂੰ ਫੇਰ ਵੋਟ ਪਾਓ? ਪਾਊਗਾ ਕੋਈ ਉਹਨਾਂ ਨੂੰ? ਜਦੋਂ ਇਹ ਲੋਕ ਘਰ ਘਰ ਜਾਊਗੇ ਤਾਂ ਫਿਰ ਇਹਨਾਂ ਨੂੰ ਜਵਾਬ ਮਿਲੇਗਾ। ਹੁਣ ਇਹ ਡਰਦੇ ਜਾਂਦੇ ਹੀ ਨਹੀਂ ਹੈਗੇ, ਕਿਸੇ ਲੋਕ ਪਬਲਿਕ 'ਚ ਤੇ ਜਾ ਹੀ ਨਹੀਂ ਰਹੇ। ਉਹ ਤਾਂ ਛੋਟੀਆਂ ਜਿਹੜੇ ਪਹਿਲਾਂ ਇਹਨਾਂ ਦੇ ਵਾਕਫ ਸੀ, ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਹੈਗੇ। ਇਸੇ ਤਰ੍ਹਾਂ ਕਾਂਗਰਸ ਦਾ ਹਾਲ ਹੈਗਾ। ਕਾਂਗਰਸ ਦਾ ਜਿਹੜਾ MLA ਆ, ਉਹ ਡਰਦਾ ਘਰ 'ਚ ਹੀ ਹੈਗਾ। ਉਹ ਸਵੇਰੇ ਉੱਠ ਕੇ ਕਿਸੇ ਨੂੰ, ਇਹ ਤਾਂ ਇਹ ਵੀ ਸੁਣਿਆ ਯਾਰ, ਉਹ ਨਾ ਪੈਕਟ ਫੜਾਈ ਆਉਂਦਾ ਕਿਸੇ ਨਾ ਕਿਸੇ ਨੂੰ, ਤੇ ਉਹ ਪਤਾ ਨਹੀਂ ਪੈਕਟ ਦੇ ਵਿੱਚ ਕੀ ਹੁੰਦਾ, ਤੇ ਉਹਦੇ ਆਧਾਰ ਤੇ, ਆਪਣੇ ਪੈਸੇ ਦੇ ਆਧਾਰ ਤੇ ਹੀ ਲੜਨਾ ਚਾਹੁੰਦਾ। ਉਹਦੇ ਕੋਲ ਦੇਖੋ, ਮੈਂ ਸ਼ਰੇਆਮ ਕਹਿੰਦਾ ਕਿ ਇਹ ਬੰਦਾ ਸ਼ਾਮ ਸੁੰਦਰ ਅਰੋੜਾ ਅੱਜ ਤੋਂ 25 ਸਾਲ ਪਹਿਲਾਂ ਉਹਨੂੰ ਵੇਚਦਾ ਹੁੰਦਾ ਸੀ। ਅੱਜ ਇਹਦੇ ਕੋਲ 2000 ਕਰੋੜ ਦੀ ਪ੍ਰਾਪਰਟੀ ਹੈਗੀ ਹੈ। ਕਿੱਥੋਂ ਆਈ? ਕਿ ਨੋਟ ਬਣਾਉਣ ਦੀ ਮਸ਼ੀਨ ਲਾਈ ਹੋਈ ਇਹਨੇ ਘਰ। ਤੇ ਇਹ ਦੇਖੋ, ਪਬਲਿਕ ਨੂੰ ਇਨਕੁਆਇਰੀ ਕਰਨੀ ਚਾਹੀਦੀ ਆ। ਜਿਹੜੀ ਹੈਗੀ ਆ ਏਜੰਸੀਆਂ ਬੈਠੀਆਂ ਜਿਹੜੀਆਂ, ED ਨੂੰ ਇਨਕੁਆਇਰੀ ਕਰਨੀ ਚਾਹੀਦੀ ਆ ਵੀ ਇਹ ਪੈਸਾ ਕਿੱਥੋਂ ਆ ਗਿਆ। ਸਾਰਾ ਜਨਤਾ ਦਾ ਹੀ ਲੁੱਟ ਹੋਇਆ। ਹੁਣ ਦੇਖੋ, ਉਹ MLA ਵੀ ਆਪ ਹੈ, ਸਕੂਲ ਵੀ ਉਹਦੇ, ਪ੍ਰਾਈਵੇਟ ਹਸਪਤਾਲ ਵੀ ਉਹਦੇ,
ਕਿੰਨੀਆਂ 60-70 ਕਲੋਨੀਆਂ ਸ਼ਹਿਰ ਦੇ ਵਿੱਚ ਕੱਢ ਦਿੱਤੀਆਂ, ਉਹ ਵੀ ਉਹਦੀਆਂ ਹੀ। ਤੇ ਰਹਿ ਕੀ ਗਿਆ? ਲੋਕਾਂ ਕੋਲ ਕੀ ਰਹਿ ਗਿਆ? ਸਾਰਾ ਕੁਝ ਤੇ ਉਹ ਖਾ ਗਏ। ਦੇਖੋ MLA ਸਾਹਿਬ ਤੇ ਕੀ ਹੈਗੇ, ਉਹ ਤਾਂ ਬਣਾ ਗਏ ਜਿਹੜੇ ਨਾਲ ਪੈਦਲ ਤੁਰੇ ਜਾਂਦੇ ਗੁੰਡੇ ਉਹਨਾਂ ਦੇ, ਉਹ ਜਿਹੜੇ ਪਹਿਲਾਂ ਪੁਰਾਣੇ ਸਕੂਟਰ ਤੇ ਹੁੰਦੇ ਸੀ, ਹੁਣ ਉਹ ਫੋਰਚੂਨਰ ਗੱਡੀਆਂ 'ਚ। ਤੇ MLA ਸਾਹਿਬ ਦੇ ਤੁਸੀਂ ਘਰ ਜਾ ਕੇ ਦੇਖ ਲਓ, 2 ਕਰੋੜ ਦੀਆਂ ਗੱਡੀਆਂ ਖੜੀਆਂ ਹੋਣੀਆਂ। ਸਭ ਤੋਂ ਹੁਸ਼ਿਆਰਪੁਰ ਤੋਂ ਨੰਬਰ 1 ਘਰ 20 ਕਰੋੜ ਰੁਪਈਆ ਸ਼ਾਇਦ ਘੱਟੋ ਘੱਟ ਐਸਟੀਮੇਟਡ ਲੱਗਾ ਹੋਇਆ ਉੱਥੇ। ਉਹਦੀ ਇਨਕੁਆਇਰੀ ਤਾਂ ਜ਼ਰੂਰ ਹੋਣੀ ਚਾਹੀਦੀ ਵੀ ਪੈਸਾ ਕਿੱਥੋਂ ਆਇਆ, ਟੈਕਸ ਦਿੱਤਾ ਗਿਆ ਕਿ ਨਹੀਂ। ਤੇ ਪਰਿਹਾਰ ਸਾਹਿਬ, ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਇੱਕ ਪੜ੍ਹੇ ਲਿਖੇ ਉਮੀਦਵਾਰ ਹੋ, ਹਾਂਜੀ, ਲੇਖਕ ਵੀ ਹੋ, ਹਾਂਜੀ, ਹੈ ਨਾ? ਤੁਸੀਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ। ਕਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ, ਠੀਕ ਹੈ, ਫਿਰ ਜਿਹੜਾ ਨਾਲ ਹੀ ਕਹਿ ਲਓ ਕਿ ਕਾਂਗਰਸ ਹੈ, ਨਵਜੋਤ ਸਿੰਘ ਸਿੱਧੂ ਹੈ, ਉਹ ਪੰਜਾਬ ਮਾਡਲ ਦਿੰਦੇ ਨੇ। ਹਾਂਜੀ, ਹਾਂਜੀ। ਤੁਹਾਡਾ ਕੀ ਕਹਿਣਾ ਇਸ ਦੇ ਬਾਰੇ, ਕੀ ਟਿੱਪਣੀ ਦੇਣਾ ਚਾਹੋਗੇ? ਦੇਖੋ, ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਨੇ, ਉਹ ਬੜੀਆਂ ਹੀ ਝੂਠੀਆਂ ਗਰੰਟੀਆਂ ਹੈਗੀਆਂ। ਉਹਦੇ ਵਿੱਚ ਉਹਨੇ ਪਿਛਲੀ ਵਾਰੀ ਵੀ ਦਿੱਤੀਆਂ ਸੀ ਗਰੰਟੀਆਂ। ਤੇ ਦੇਖੋ, ਇਹ ਝੂਠੀਆਂ ਗਰੰਟੀਆਂ ਦੇਣੀਆਂ, ਫ੍ਰੀ ਇਹ ਦੇ ਦਾਂਗੇ, ਇਹਨਾਂ ਨੂੰ ਇਹ ਪੁੱਛੋਗੇ ਪੈਸਾ ਕਿੱਥੋਂ ਆਏਗਾ? ਉਹ ਦਿੱਲੀ ਤੋਂ ਲੈ ਕੇ ਆਏਗਾ ਪੈਸਾ, ਆਪਣੇ ਕੋਲੋਂ ਤਾਂ ਰੁਪਈਆ ਨਹੀਂ ਲਾਉਣਾ ਇਹਨੇ। ਕੇਜਰੀਵਾਲ ਪੂਰੀ ਤਨਖਾਹ ਲੈਂਦਾ ਹੈਗਾ ਆਪਣੀ ਸਾਰੀ। ਤੇ ਦੂਜਾ ਜਿਹੜਾ ਸਿੱਧੂ ਹੈਗਾ, ਉਹ ਦੇਖੋ ਮੈਂਟਲੀ ਅਨਸਟੇਬਲ ਬੰਦਾ ਹੈਗਾ। ਹੁਣ ਵੋਟਾਂ ਲੈਣ ਲਈ ਇਹ ਕੁਝ ਵੀ ਕਹੀ ਜਾਓਗੇ ਵੀ ਅਸੀਂ ਜੀ ਤੁਹਾਨੂੰ ਸਾਰਾ ਕੁਝ ਫ੍ਰੀ ਦੇ ਦਾਂਗੇ। ਫਿਰ ਤੁਸੀਂ ਇਸ ਕੀ ਕੰਟਰੀ ਨੂੰ ਬਣਾਓਗੇ ਜਿੱਥੇ ਸਾਰਾ ਕੁਝ ਫ੍ਰੀ ਦੇ ਦੋਗੇ? ਅਸੀਂ ਤਾਂ ਇੰਨਾ ਕਹਿ ਰਹੇ ਹਾਂ ਜੀ, ਅਸੀਂ ਜਿਨ੍ਹਾਂ ਕੋਲ ਘਰ ਹੈ ਨਹੀਂ ਉਹਨਾਂ ਨੂੰ ਘਰ ਦੇ ਦਾਂਗੇ। ਮੈਂ ਆਪਣੀ ਗਰੰਟੀ ਦਿੰਦਾ, ਔਰ ਪਹਿਲਾਂ ਕੀਤਾ ਸੀ। ਇਹਨਾਂ ਨੇ ਕੀ ਕੀਤਾ? ਸਿੱਧੂ ਨੂੰ ਕਿਸੇ ਦਾ ਘਰ ਬਣਾਇਆ, ਕੇਜਰੀਵਾਲ ਨੇ ਕਦੇ ਕਿਸੇ ਦਾ ਘਰ ਬਣਾਇਆ? ਜਿਹੜਾ ਤੁਸੀਂ ਮੇਰੇ ਨਾਲੋਂ ਕਿਤੇ ਵੱਧ ਅਮੀਰ ਹਨ। ਹਾਂਜੀ, ਜਿੱਦਾਂ ਤੁਸੀਂ ਪਹਿਲਾਂ ਫ੍ਰੀ ਘਰ ਬਣਾ ਕੇ ਦਿੱਤੇ ਹੋ, ਤੁਸੀਂ ਆਪਣੀ ਕਮਾਈ ਚੋਂ ਬਣਾ ਕੇ ਦਿੱਤੇ ਆ, ਤੇ ਹੁਣ ਜਿਹੜਾ ਆ ਉਹ ਕਿਹਦੀ ਕਮਾਈ ਚੋਂ ਬਣਾ ਕੇ ਦੋਗੇ? ਉਹ ਹੁਣ ਦੇਖੋ, ਜਿਹੜੀ ਮੇਰੀ ਸੰਸਥਾ ਹੈ ਹੋਮ ਫॉर ਹੋਮਲੈਸ, ਉਹ ਤਾਂ ਚੱਲੀ ਹੀ ਜਾਣੀ ਹੈ। ਜੇ ਸਰਕਾਰ ਆਉਂਦੀ ਆ ਤੇ ਸਰਕਾਰੀ ਫੰਡ ਵੀ ਉਹਦੇ ਵਿੱਚ ਉਪਲਬਧ ਕੀਤੇ ਜਾਣਗੇ। ਜਿਸ ਤਰ੍ਹਾਂ ਮੈਨੂੰ ਕਹਿੰਦੇ ਹੈਗੇ, ਅਸੀਂ ਸਰਕਾਰ ਵੱਲੋਂ ਵੀ ਘਰ ਬਣਾਵਾਂਗੇ, ਕਿਉਂਕਿ ਪਹਿਲਾਂ ਇਹ ਦੇਖੋ ਘਰ ਬਣਾਉਣ ਦਾ ਇਸ਼ੂ ਕਦੇ ਕਿਸੇ ਨੇ ਇੱਧਰ ਧਿਆਨ ਨਹੀਂ ਦਿੱਤਾ। ਪੰਜਾਬ ਦੇ ਵਿੱਚ ਵੱਡੇ ਵੱਡੇ ਇਸ਼ੂ ਚੱਲਦੇ ਰਹੇ, ਵੱਡੇ ਵੱਡੇ ਸੰਘਰਸ਼ ਚੱਲਦੇ ਰਹੇ, ਪਰ ਕਈ ਲੱਖ ਬੰਦਾ ਵਿਚਾਰਾ ਖੁੱਲੇ ਸਮਾਨ 'ਚ ਸੌਂਦਾ ਰਿਹਾ। ਇਹ ਇਸ਼ੂ ਮੈਂ ਪਹਿਲੀ ਵਾਰ ਉਠਾਇਆ, ਔਰ ਜਿਹੜਾ ਕਿ ਸਾਰਿਆਂ ਨੂੰ ਬੜਾ ਪਸੰਦ ਆਇਆ, ਖਾਸ ਕਰ ਅਕਾਲੀ ਦਲ ਪਾਰਟੀ ਨੂੰ। ਉਹਨਾਂ ਨੇ ਇਹਨੂੰ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਪਾਇਆ, ਮੇਰੇ ਕਹਿਣ ਨਾਲ ਹੀ ਪਾਇਆ, ਹੁਸ਼ਿਆਰਪੁਰੀਆਂ ਦੇ ਕਹਿਣ ਨਾਲ ਹੀ ਪਾਇਆ, ਜਿਹੜੇ ਮੇਰੇ ਆ ਸਹਿਯੋਗੀ ਸੱਜਣਾ, ਇਹਨਾਂ ਦੇ ਸਾਰਿਆਂ ਦੇ ਕਹਿਣ ਨਾਲ ਪਾਇਆ ਗਿਆ ਉਹ। ਤੇ ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਦੀ ਦੇਖੋ ਬਿਹਤਰੀ ਚਾਹੁੰਦੇ ਆ ਅਸੀਂ। ਇਹ ਨਹੀਂ ਕਹਿ ਰਹੇ ਉਹ ਜੀ ਅਸੀਂ ਆਹ ਦੇ ਦਾਂਗੇ, ਉਹ ਦੇ ਦਾਂਗੇ। ਜੋ ਸਾਡੇ ਕੋਲ ਹੈ, ਸਮਰੱਥਾ ਹੈ, ਉਹ ਦੇਾਂਗੇ। ਝੂਠੇ ਵਾਅਦੇ ਕਿਉਂ ਲਾਈਏ ਅਸੀਂ? ਹੁਣ ਮੈਂ ਆਪਣੇ ਨਿੱਜੀ ਵਾਅਦੇ ਦੇ ਰਿਹਾ ਹੈਗਾ, ਤੇ ਜਿਹੜੇ ਮੇਰੇ ਨਿੱਜੀ ਵਾਅਦੇ ਆ ਉਹਦੇ 'ਚ ਮੈਂ ਇੱਕ ਨੰਬਰ 1 ਤੇ ਇਹੀ ਕਹਿ ਰਿਹਾ ਕਿ ਅਸੀਂ ਘਰ ਬਣਾਵਾਂਗੇ ਕਈ ਹਜ਼ਾਰ ਬੰਦਿਆਂ ਦੇ। ਫਿਰ ਮੈਂ ਦੂਜਾ ਵਾਅਦਾ ਇਹ ਕਰ ਰਿਹਾ ਹੈਗਾ ਕਿ ਮੈਂ ਬਿਨਾਂ ਤਨਖਾਹ ਤੋਂ ਕੰਮ ਕਰਾਂਗਾ, ਜਿਹੜਾ ਕਿ ਮੈਂ ਕਰ ਸਕਦਾ, ਮੈਨੂੰ ਕੋਈ ਲੋੜ ਹੈ ਨਹੀਂ। ਤੀਜਾ ਵਾਅਦਾ ਵੀ ਮੈਂ ਇੱਥੋਂ ਨਸ਼ਾਖੋਰੀ ਤੇ ਗੁੰਡਾਗਰਦੀ ਜਿਹੜੀ ਹੈਗੀ ਆ ਉਹਦਾ ਸਫਾਇਆ ਕਰਾਂਗਾ, ਜਿਹੜਾ ਕਿ ਮੈਂ ਕਰ ਸਕਦਾ ਜੇ ਮੈਂ MLA ਬਣਦਾ। ਤੇ ਉਹ ਹੁਣ ਵੀ ਅਸੀਂ ਕਾਫੀ ਰੋਕ ਪਾਈ ਆ ਜਦੋਂ ਦਾ ਅਸੀਂ ਆ ਚੋਣ ਮੁਹਿੰਮ ਸ਼ੁਰੂ ਕੀਤੀ ਹੈ। ਫਿਰ ਜੋ ਦਫ਼ਤਰਾਂ ਦੇ ਵਿੱਚ, ਪੁਲਿਸ ਸਟੇਸ਼ਨਾਂ ਦੇ ਵਿੱਚ ਆਪਣੀ ਜਨਤਾ ਦੀ ਸਾਡੀ ਦੀ ਲੁੱਟ ਖਸੁੱਟ ਹੋ ਰਹੀ ਸੀ, ਉਹਨੂੰ ਵੀ ਅਸੀਂ ਕਾਫੀ ਤਾਂ ਹੁਣੇ ਹੀ ਬੰਦ ਕੀਤਾ ਹੈਗਾ। ਔਰ ਜੇ ਸਾਡੀ ਸਰਕਾਰ ਆਉਂਦੀ ਹੈ ਫਿਰ ਤਾਂ ਅਸੀਂ ਉਹ ਬਿਲਕੁਲ ਸਹੀ ਕਰਾਂਗੇ, ਉਹਨੂੰ ਜਨਤਾ ਨੂੰ ਸੁੱਖ ਦਿਆਂਗੇ। ਟ੍ਰੈਫਿਕ ਪੁਲਿਸ ਵਾਲੇ ਆ ਇੱਥੇ, ਪਹਿਲਾਂ ਹਰ ਥਾਂ ਦੇ ਟ੍ਰੈਫਿਕ ਪੁਲਿਸ ਵਾਲੇ ਲੱਗੇ ਹੋਏ ਸੀ। ਉਹ ਕੀ ਸੀਗੇ, ਇੱਕ ਕਿਸਮ ਦਾ ਉਹਨੇ ਟੋਲ ਪਲਾਜ਼ਾ ਹੀ ਲਾਇਆ ਹੋਇਆ ਸੀ, ਜਿਹੜਾ ਆਇਆ ਲਿਆ ਵੀ 200 100। ਉਹ ਅਸੀਂ ਹੁਣ ਵੀ ਹਟਾਤੇ ਆ, ਉਹਨਾਂ ਨੂੰ ਵਾਰਨਿੰਗਾਂ ਦਿੱਤੀਆਂ ਹੈਗੀਆਂ। ਅਸੀਂ ਆਪਣੇ ਕਾਰਡ ਇਸ਼ੂ ਕਰਦੇ ਆ ਵੀ ਜਿਹੜਾ ਜਿਹਨੂੰ ਟ੍ਰੈਫਿਕ ਪੁਲਿਸ ਵਾਲਾ ਕੰਮ ਤੰਗ ਕਰਦਾ ਸਾਨੂੰ ਦੱਸੋ। ਤੇ ਜਦੋਂ ਜੇ ਸਾਡੀ ਸਰਕਾਰ ਆਉਂਦੀ ਆ ਫਿਰ ਅਸੀਂ ਬਿਲਕੁਲ ਇਹ ਸਾਫ਼। ਕਿੰਨੀ ਦੇਰ 'ਚ ਇੰਪਲੀਮੈਂਟ ਕਰ ਦੋਗੇ? ਇਹਦਾ ਅਸੀਂ ਸਰਕਾਰ ਆਉਣ ਤੇ ਰਾਈਟ ਅਵੇ ਇੰਪਲੀਮੈਂਟ ਕਰਾਂਗੇ ਸਾਰਾ ਕੁਝ। ਦੂਜਾ ਦੇਖੋ, ਮੇਰਾ ਇੱਕ ਡ੍ਰੀਮ ਹੈ, ਮੈਂ 25 ਸਾਲ ਅਮਰੀਕਾ 'ਚ ਰਿਹਾ। ਮੈਨੂੰ ਆ ਹੁਣੇ ਪਿੱਛੇ ਗਿਆ ਕਿ ਤੁਸੀਂ ਪੱਤਰਕਾਰ ਜਿਹੜੇ ਪਿਛਲੇ ਆਏ, ਉਹ ਕਹਿੰਦੇ ਕਿਤੇ ਤੁਸੀਂ ਵੀ ਦੂਜਿਆਂ ਵਾਂਗ ਚੰਡੀਗੜ੍ਹ ਤਾਂ ਨਹੀਂ ਜਾ ਕੇ ਬਹਿ ਜਾਓਗੇ। ਤੇ ਮੈਂ ਇਹ ਕਹਿੰਦਾ ਕਿ ਮੈਂ ਹੁਸ਼ਿਆਰਪੁਰ ਨੂੰ ਹੀ ਚੰਡੀਗੜ੍ਹ ਬਣਾ ਦਾਂਗਾ, ਹੁਸ਼ਿਆਰਪੁਰ ਨੂੰ ਅਮਰੀਕਾ ਵਰਗਾ ਬਣਾ ਦਿਆਂਗਾ ਸਿਰਫ 5 ਸਾਲ ਦੇ ਵਿੱਚ। ਇਹ ਨਹੀਂ ਕਿ ਮੈਂ ਉਹ ਲੰਬਾ ਸਮਾਂ ਕਰਾਂਗਾ। ਜੇ ਕਿਸੇ ਨੇ ਕੁਝ ਕਰਨਾ ਹੋਵੇ, ਜਿਹੜੇ ਬੰਦੇ ਨੂੰ ਵਰਲਡ ਵਾਈਡ ਨੌਲੇਜ ਹੈ, ਜਿਹੜੇ ਬੰਦੇ ਨੂੰ ਪਤਾ ਐਜੂਕੇਸ਼ਨ ਹੈਗੀ ਆ, ਉਹ ਕੁਝ ਕਰ ਸਕਦਾ ਹੈ। ਜਿਹੜੇ ਬੰਦੇ ਦਾ ਲੋਕ ਸੇਵਾ 'ਚ ਧਿਆਨ ਆ, ਉਹ ਕੁਝ ਕਰ ਸਕਦਾ। ਜਿਹਦਾ ਧਿਆਨ ਹੀ ਪੈਸੇ ਕਮਾਉਣ 'ਚ ਲੈਵੇ, 5 ਸਾਲ ਹੈਗੇ ਆ, ਲੁੱਟ ਲਓ ਹੁਣ ਦੁਬਾਰਾ। ਇਹ ਨਹੀਂ 7 ਜਨਮਾਂ ਦੇ ਪੈਸੇ ਬਣਾ ਲਓ ਹੁਣ। ਉਹ ਉਹਨਾਂ ਨੂੰ ਪੁੱਛੋ, ਮੈਂ ਇਹ ਪੁੱਛਦਾ ਵੀ ਤੁਸੀਂ 1000 ਸਾਲ ਜੀਣਾ, ਤੁਸੀਂ ਆਲਰੇਡੀ 70 80 ਸਾਲ ਦੇ ਹੋ ਗਏ, ਤੁਰ ਤੁਹਾਡੇ ਕੋਲ ਹੁੰਦਾ ਨਹੀਂ, ਤੁਸੀਂ ਫਿਰ ਟਿਕਟਾਂ ਲੈ ਕੇ ਦੁਬਾਰਾ ਲੋਕਾਂ ਨੂੰ ਲੁੱਟਣ ਦੀ ਖਾਸ਼ ਜ਼ਾਹਰ ਕਰ ਰਹੇ ਹੋ।
ਤੇ ਇਹ ਸਾਰਾ ਗਲਤ ਹੈ। ਮੈਂ ਤੇ ਇਹਨਾਂ ਨੂੰ ਦੋ ਜਿਹੜੇ ਉਮੀਦਵਾਰ ਹੈਗੇ ਇਹਨਾਂ ਨੂੰ ਮੈਂ ਇਹੀ ਸੁਝਾਅ ਦਿਆਂਗਾ ਵੀ ਤੁਸੀਂ ਹੁਣ ਜਾਣ ਦਿਓ, ਹੁਣ ਆਪਣੇ ਜਿੰਨੇ ਵੀ ਪਾਪ ਬਖਸ਼ੋ, ਉੱਥੇ ਕਿਤੇ ਗੰਗਾ ਕਿਨਾਰੇ ਜਾ ਕੇ ਬੈਠੋ, ਆਪਣਾ ਪਾਠ ਪੂਜਾ ਕਰੋ, ਹੁਣ ਜਿਹੜਾ ਬਾਕੀ ਦਾ ਕੰਮ ਸਾਨੂੰ ਰਹਿਣ ਦਿਓ। ਅੱਛਾ, ਹਾਂਜੀ, ਤੁਹਾਨੂੰ ਮੌਕਾ ਦਿੱਤਾ ਜਾਵੇ। ਇੱਕ ਤੁਸੀਂ ਗੱਲ ਕਹੀ ਹੈ, ਪਰ ਜਨਤਾ ਨੂੰ ਤੁਸੀਂ ਕਹਿ ਲਓ ਕਿ ਕੀ ਕਹਿਣਾ ਚਾਹੋਗੇ? ਜਨਤਾ ਨੂੰ ਮੈਂ ਇਹੀ ਕਹਿਣਾ ਚਾਹੋਗੇ, ਜੋ ਪਿੱਛੇ ਹੋ ਗਿਆ, ਜੋ ਲੁੱਟ ਖਸੁੱਟ ਹੋ ਗਈ ਆ, ਉਹ ਤਾਂ ਚਲੋ ਹੋ ਗਈ। ਹੁਣ ਤੁਸੀਂ ਮੈਨੂੰ ਵੋਟ ਪਾਓ ਔਰ ਸਹੀ ਪਾਸੇ ਵੋਟ ਪਾਓ। ਜਨਤਾ ਨੂੰ ਮੇਰਾ ਇੱਕ ਇਹ ਸੁਨੇਹਾ ਹੈ ਕਿ ਜਿਹੜੀ ਗਲਤ ਪਾਸੇ ਪਾਈ ਵੋਟ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਭਵਿੱਖ ਖਰਾਬ ਕਰਕੇ ਰੱਖ ਦੇਵੀ, ਜਿਸ ਤਰ੍ਹਾਂ ਕਿ ਹੋ ਗਿਆ ਆਲਰੇਡੀ। ਸ਼ਾਇਦ ਅਸੀਂ ਵੀ ਗਲਤ ਪਾਸੇ ਵੋਟ ਪਾਈ ਪਿਛਲੀ, ਔਰ ਸਹੀ ਪਾਸੇ ਪਾਈ ਵੋਟ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਤੇ ਤੁਹਾਡੇ ਦੇਸ਼ ਦਾ ਭਵਿੱਖ ਬਣਾ ਕੇ ਰੱਖ ਦੇਵੇਗੀ। ਇਸ ਕਰਕੇ ਸੋਚ ਸਮਝ ਕੇ ਵੋਟ ਪਾਓ, ਗੰਦੇ ਲੋਕਾਂ ਨੂੰ ਵੋਟ ਨਾ ਪਾਓ। ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਮੈਨੂੰ ਹੀ ਵੋਟ ਪਾਓ। ਜੇ ਮੈਂ ਇਮਾਨਦਾਰ ਹਾਂ, ਜੇ ਮੈਂ ਚੰਗਾ ਹਾਂ ਤਾਂ ਮੈਨੂੰ ਵੋਟ ਪਾਓ। ਜੇ ਮੇਰੇ ਨਾਲੋਂ ਹੋਰ ਕੋਈ ਚੰਗਾ ਆ ਗਿਆ ਕਿਤੇ ਬਾਈ ਚਾਂਸ, ਉਹਨੂੰ ਪਾ ਦਿਓ। ਲੋਕਾਂ ਦਾ ਰਿਸਪੌਂਸ ਕਿੱਦਾਂ ਦਾ ਹੈ ਤੁਹਾਨੂੰ? ਬਹੁਤ ਵਧੀਆ ਰਿਸਪੌਂਸ ਹੈ ਜੀ, ਲੋਕ ਬੜਾ ਪਿਆਰ ਦਿਖਾ ਰਹੇ ਆ, ਮੇਰੇ ਨਾਲ ਤੁਰਦੇ ਆ, ਔਰ ਇਹ ਨਹੀਂ ਕਿ ਪੈਸੇ ਲੈ ਕੇ ਤੁਰ ਰਹੇ ਆ। ਸਾਰੇ ਸਹਿਯੋਗੀ ਸੱਜਣ ਆ, ਇਹ ਆਪਣਾ ਤੇਲ ਆਪ ਪਵਾ ਕੇ ਹੁੰਦੇ ਹੈਗੇ ਆ, ਗੱਡੀਆਂ ਆਪ ਨਾਲ ਤੁਰਦੇ ਹੈਗੇ ਆ। ਹਾਂਜੀ, ਮੈਨੂੰ ਬੜਾ ਮਾਣ ਹੈ ਮੇਰੀ ਟੀਮ ਤੇ। ਅੱਜ ਵੀ ਕਾਫੀ ਸਾਡੇ ਸਹਿਯੋਗੀ ਸੱਜਣ 40-50 ਦੇ ਕਰੀਬ ਜਿਹੜੇ ਨਾਲ ਤੁਰੇ ਹੋਏ ਆ, ਵੱਖ-ਵੱਖ ਟੀਮਾਂ ਦੇ ਨਾਲ ਲੋਕਾਂ ਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਜਨਤਾ ਤੇ ਹੈਗਾ, ਵੋਟਰਾਂ ਦੇ ਹੈਗਾ, ਉਹ ਕਿਸ ਤਰ੍ਹਾਂ ਸਮਝਦੇ ਹੈਗੇ ਆ। ਤੇ ਪਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹੈਗੇ ਕਿ ਇੱਕ ਚੇਂਜ ਲਿਆਂਦਾ ਜਾਵੇ, ਇੱਕ ਬਦਲਾਅ ਲਿਆਂਦਾ ਜਾਵੇ, ਇੱਕੋ ਨਵੇਂ ਚਿਹਰੇ ਲਿਆਓ। ਉਹ ਪੁਰਾਣੇ ਕਸੇ ਪਿਟੇ ਇੰਨੇ ਇੱਕ ਕੰਮ ਕਰ ਗਏ, ਇੰਨੇ ਘਟਾਲੇ ਕਰ ਗਏ, ਫਿਰ ਟਿਕਟਾਂ ਲੈ ਕੇ ਆਈ ਜਾ ਰਹੇ। ਦੇਖੋ ਜਿਹੜੇ ਸਾਡੇ ਇੱਥੋਂ ਮੰਤਰੀ, ਪਹਿਲਾਂ ਇਹ ਮੰਤਰੀ ਸਾਹਿਬ ਹੁੰਦੇ ਸੀ, ਅਰੋੜਾ ਸਾਹਿਬ, ਇਹਨਾਂ ਨੇ 300-400 ਕਰੋੜ ਦਾ ਇਹਨਾਂ ਤੇ ਇਲਜ਼ਾਮ ਲੱਗਾ। ਇਹਨਾਂ ਨੇ ਕੋਈ ਘਟਾਲਾ ਕਰਤਾ ਚੰਡੀਗੜ੍ਹ, ਜਿਹੜੀ ਕਿ ਸ਼ਾਰਟਕਟ ਦੇ ਵਿੱਚ ਤੁਹਾਨੂੰ ਦੱਸ ਦਿਆਂਗੇ, ਉਹ ਜ਼ਮੀਨ ਸਰਕਾਰ ਦੀ ਸੀਗੀ ਜਦੋਂ ਇੰਡਸਟਰੀ ਮੰਤਰੀ ਸੀਗੇ, ਤੇ ਉਹਦੀ ਕੀਮਤ ਬਣਦੀ ਸੀ 500 ਕਰੋੜ। ਇਹਨਾਂ ਨੇ 80 ਕਰੋੜ ਦੇ ਵਿੱਚ ਵੇਚਤੀ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਹੋਰ। ਉਹ 300-400 ਕਰੋੜ ਦਾ ਘਟਾਲਾ ਜਿਹੜਾ ਹੈਗਾ, ਉਹ ਜਿਹਦੇ ਕਾਰਨ ਇਹਨਾਂ ਨੂੰ ਮੰਤਰੀ ਮੰਡਲ ਚੋਂ ਕੱਢ ਦਿੱਤਾ ਗਿਆ ਸੀ ਕੁਝ ਮਹੀਨੇ ਪਹਿਲਾਂ। ਸਿਰਫ ਇਹ ਇਕੱਲੇ MLA ਹੀ ਰਹਿ ਗਏ ਸੀ, ਔਰ ਹੁਣ ਫਿਰ ਦੁਬਾਰਾ ਉਹਨੂੰ ਟਿਕਟ ਦੇ ਦਿੱਤੀ। ਤੇ ਦੂਜਾ, ਕਾਂਗਰਸ ਪਾਰਟੀ ਹੁਣ ਕਾਂਗਰਸ ਪਾਰਟੀ ਕਿਉਂ ਟਿਕਟ ਕਿਸ ਤਰ੍ਹਾਂ ਲੋਕਾਂ ਨੂੰ ਜਾ ਕੇ ਪ੍ਰਚਾਰ ਕਰ ਰਹੀ ਆ ਕਿ ਸਾਨੂੰ ਵੋਟ ਪਾਓ, ਕਿ ਅਸੀਂ ਦੁਬਾਰਾ ਕੁੱਟੀਏ। ਟੀਚਰਾਂ ਵਿਚਾਰੀਆਂ, ਔਰਤਾਂ, ਉਹਨਾਂ ਨੂੰ ਅਧਿਕਾਰ ਹੈ, ਸੰਵਿਧਾਨਕ ਅਧਿਕਾਰ ਹੈ, ਕਨਸਟੀਟਿਊਸ਼ਨਲ ਰਾਈਟ ਹੈਗਾ ਕਿ ਉਹ ਪ੍ਰੋਟੈਸਟ ਕਰ ਸਕਦੀਆਂ। ਉਹਨਾਂ ਦੇ ਕਿਸੇ 'ਚ ਸਿਰ 'ਚ ਡੰਡਾ, ਡਾਂਗ, ਮੂੰਹ ਤੇ ਡਾਂਗਾਂ, ਦੱਸੋ ਇਹ ਕਿਹੋ ਜਿਹਾ ਰਾਜ ਹੈਗਾ? ਕਿੰਨਾ ਜ਼ਾਲਮਾਨਾ ਕੰਮ ਇਹਨਾਂ ਨੇ ਕੀਤੇ, ਔਰ ਇਹ ਫਿਰ ਕਹਿ ਰਹੇ ਕਿ ਸਾਨੂੰ ਵੋਟ ਪਾਓ, ਅਸੀਂ ਤੁਹਾਨੂੰ ਹੋਰ ਕੁੱਟਾਂਗੇ। ਇਹੀ ਹੋਇਆ ਨਾ, ਅਸੀਂ ਤੁਹਾਡਾ ਪੈਸਾ ਹੋਰ ਲੁੱਟਾਂਗੇ, ਸਾਨੂੰ ਵੋਟ ਪਾਓ ਜੀ। ਇਹ ਹੁਣ ਜਨਤਾ ਨੇ ਸਵੀਕਾਰ ਨਹੀਂ ਕਰਨਾ। ਇਹਨਾਂ ਦੇ ਦਿਨ ਗਏ। ਕਾਂਗਰਸ ਪਾਰਟੀ ਤੀਜੇ ਨੰਬਰ ਤੇ ਆਏਗੀ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਪਰਿਹਾਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਇਹ ਸੀ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਵਰਿੰਦਰ ਸਿੰਘ ਪਰਿਹਾਰ, ਜਿਨ੍ਹਾਂ ਨੇ ਕਿ ਜਾਣਕਾਰੀ ਦਿੱਤੀ ਕਿ ਆਖਿਰ ਉਹਨਾਂ ਦੇ ਵੱਲੋਂ ਜਿਹੜਾ ਵਿਕਾਸ ਹੈ, ਉਹ ਇੱਕ ਤਾਂ ਤਨਖਾਹ ਨਹੀਂ ਲੈਣਗੇ ਆਪਣੀ, ਤੇ ਸਾਰਾ ਜਿਹੜਾ ਹੈ ਉਹ ਵਿਕਾਸ ਆ ਜਿਹੜਾ ਹਲਕੇ ਦਾ ਉਹ ਕਰਨਗੇ। ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੈਮਰਾਮੈਨ ਪਵਨ ਕਨੋਜੀਆ ਦੇ ਨਾਲ ਰਜਿੰਦਰ ਕੌਰ, ਹਲਕਾ ਹੁਸ਼ਿਆਰਪੁਰ।